ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਹਨ। ਸਤਿਗੁਰੂ ਜੀ ਦੇ ਹਜ਼ੂਰ ਖਾਲਸੇ ਨੇ ਬੇਨਤੀ ਕੀਤੀ, ਜੋ ਵਿਦਵਾਨ ਵੀ ਹਨ, ਭਜਨ ਬੰਦਗੀ ਕਰਨ ਵਾਲੇ ਵੀ, ਕਿਉਂਕਿ ਸਤਿਗੁਰੂ ਜੀ ਨੇ ਇਹ ਹੁਕਮ ਕੀਤਾ ਹੈ, ਮਨ ਸਮਝਾਵਨ ਕਾਰਣੇ ਕਛੁਕ ਪੜ੍ਹੀਏ ਗਿਆਨ। ਤੇ ਗਿਆਨ ਦੀ ਪ੍ਰਾਪਤੀ ਵਾਸਤੇ ਹੀ ਸਤਿਗੁਰੂ ਮਹਾਰਾਜ ਜੀ ਨੇ 5 ਸਿੱਖ ਭੇਜੇ ਸਨ ਕਾਸ਼ੀ ਪੜ੍ਹਨ ਵਾਸਤੇ। ਉਹ ਕਾਸ਼ੀ ਜਾ ਕੇ ਵੇਦਾਂ ਦੀ, ਸ਼ਾਸਤਰਾਂ ਦੀ, ਸਿਮਰਤੀਆਂ ਦੀ, ਗੀਤਾ ਦੀ ਇਹ ਸਾਰੀ ਵਿਦਿਆ ਨੂੰ ਪ੍ਰਾਪਤ ਕਰਕੇ ਵਾਪਸ ਆਏ। ਫਿਰ ਉਹਨਾਂ ਨੂੰ ਸਤਿਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਉਹ ਪੰਜੇ ਹੀ ਸਿੰਘ ਸਜੇ। ਪੰਜਾਂ ਦੇ ਵਿੱਚੋਂ ਜਿਹੜੇ ਮੁਖੀ ਸਨ, ਸੋਭਾ ਸਿੰਘ ਸੋਢੀ ਸਨ, ਆਨੰਦਪੁਰ ਦੇ ਰਹਿਣ ਵਾਲੇ। ਉਹਨਾਂ ਨੇ ਜਦੋਂ ਅੰਮ੍ਰਿਤ ਛਕਿਆ, ਭਾਈ ਦਇਆ ਸਿੰਘ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ। ਭਾਵ ਕਿ ਅੰਮ੍ਰਿਤ ਦੇ 5 ਚੁਲੇ ਛਕਾਏ, 5 ਨੇਤਰਾਂ ਵਿੱਚ ਪਾਏ, 5 ਕੇਸਾਂ ਵਿੱਚ ਪਾਏ। ਅੰਮ੍ਰਿਤ ਛਕ ਕੇ ਫਿਰ ਬੰਦਗੀ ਕਰਦੇ ਹੋਏ, ਰਹਿਤ ਬਹਿਤ ਰੱਖਦੇ ਹੋਏ, ਫਿਰ ਸਤਿਗੁਰੂ ਜੀ ਦਾ ਹੁਕਮ ਹੋਇਆ ਵੀ ਤੁਸੀਂ ਅੱਗੇ ਹੋਣੇ ਆਪਣੀ ਸੰਪਰਦਾ ਚਲਾਓ, ਬ੍ਰਹਮ ਗਿਆਨ ਦੀ, ਵਿਦਿਆ ਦੀ ਵੀ ਤੇ ਨਾਲ ਰੂਹਾਨੀਅਤ ਦੇ ਗਿਆਨ ਦੀ ਵੀ। ਸੋ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਚੱਲੀ। ਉਹ ਸੰਪਰਦਾ ਦੇ ਮੁਖੀ ਫਿਰ ਅੱਗੇ ਬਾਬਾ ਸਾਹਿਬ ਸਿੰਘ ਜੀ ਬੇਦੀ ਊਨੇ ਵਾਲੇ ਹੋਏ। ਇਸੇ ਤਰ੍ਹਾਂ ਇਹ ਸੰਪਰਦਾ ਅੱਗੇ ਚੱਲਦੀ ਗਈ। ਬਾਬਾ ਵੀਰ ਸਿੰਘ ਜੀ, ਬਾਬਾ ਖੁਦਾ ਸਿੰਘ ਜੀ ਦਰੰਗਾਬਾਦ ਵਾਲੇ, ਇਸੇ ਤਰ੍ਹਾਂ ਚੱਲਦੀ ਚੱਲਦੀ ਸੰਪਰਦਾ ਹੋਤੀ ਮਰਦਾਨ ਪਹੁੰਚ ਗਈ। ਉੱਥੋਂ ਅੱਗੇ ਫਿਰ ਰੇਰੂ ਸਾਹਿਬ ਵਾਲੇ ਸੰਤ ਅਤਰ ਸਿੰਘ ਜੀ ਹੋਏ। ਉਹਨਾਂ ਤੋਂ ਅੱਗੇ ਫਿਰ ਸੰਤ ਬਾਬਾ ਈਸਰ ਸਿੰਘ ਜੀ, ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲੇ। ਉਹਨਾਂ ਤੋਂ ਅੱਗੇ ਫਿਰ ਸੰਤ ਬਾਬਾ ਤੇਜਾ ਸਿੰਘ ਜੀ। ਤੇ ਹੁਣ ਮੌਜੂਦਾ ਸਮੇਂ ਅੰਦਰ ਜੋ ਵਿਦਵਾਨ ਵੀ ਉੱਚ ਕੋਟੀ ਦੇ ਹਨ ਤੇ ਬੰਦਗੀ ਵਾਲੇ ਵੀ, ਸੰਤ ਬਾਬਾ ਬਲਜਿੰਦਰ ਸਿੰਘ ਜੀ, ਉਹ ਇਸ ਵਕਤ ਇਸ ਸੰਪਰਦਾ ਦੇ ਮੁਖੀ ਹਨ। ਇਹ ਸੰਪਰਦਾ ਉਹਨਾਂ ਵੱਲੋਂ ਚੱਲੀ, ਭਾਈ ਦਇਆ ਸਿੰਘ ਜੀ ਵੱਲੋਂ। ਤੇ ਅੱਜ ਸੁਭਾਵਿਕ ਹੀ ਭਾਈ ਦਇਆ ਸਿੰਘ ਜੀ ਦਾ ਜਨਮ ਦਿਨ ਵੀ ਅੱਜ ਹੈ। ਬਹੁਤ ਥਾਵਾਂ 'ਤੇ ਬੜੇ ਉਤਸ਼ਾਹ ਦੇ ਨਾਲ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਵੱਲੋਂ ਵੀ ਤੇ ਹੋਰ ਥਾਵਾਂ 'ਤੇ ਵੀ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣਾ ਰੂਪ ਕਿਹਾ ਸੀ ਵੀ ਇਹ ਸਾਡਾ ਰੂਪ ਹਨ। ਇਹਨਾਂ ਵਿੱਚ ਤੇ ਸਾਡੇ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਹੁਣ ਖਾਲਸੇ ਦੇ ਮਨ ਅੰਦਰ ਜਿਹੜੇ ਪ੍ਰਸ਼ਨ ਸਨ, ਕੁਝ ਜੋ ਵਿਦਿਆ ਪੜ੍ਹਨ ਤੋਂ ਬਾਅਦ ਵੀ, ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਤੋਂ ਬਾਅਦ ਵੀ ਸਮਝ ਵਿੱਚ ਨਹੀਂ ਆਏ, ਐਸੇ ਪ੍ਰਸ਼ਨ ਕੀਤੇ। ਕਿਉਂਕਿ ਵੇਦਾਂ ਦਾ ਤਾਂ ਇਹ ਸਿਧਾਂਤ ਹੈ ਵੀ ਅਵਸ਼ਯ ਭੁਗਤਾਭਿਅਮ ਕਰਮੰ ਫਲੰ ਸ਼ੁਭਾਸ਼ੁਭੰ, ਵੀ ਕਰਮਾਂ ਦਾ ਫਲ ਜ਼ਰੂਰ ਭੋਗਣਾ ਪਵੇਗਾ, ਭਾਵੇਂ ਚੰਗੇ ਹੋਣ ਭਾਵੇਂ ਮਾੜੇ ਹੋਣ। ਇਹ ਵੇਦਾਂ ਦਾ ਸਿਧਾਂਤ ਹੈ। ਤੇ ਸਤਿਗੁਰੂ ਮਹਾਰਾਜ ਨੂੰ ਪੁੱਛਿਆ, ਸਤਿਗੁਰੂ ਜੀ ਕਹਿਣ ਲੱਗੇ ਵੀ ਹੁਣ
ਭਾਈ ਦਇਆ ਸਿੰਘ ਜੀ ਤੁਹਾਨੂੰ ਦੱਸਣਗੇ ਜੋ ਸਹੀ ਹੈ। ਤੇ ਉਸ ਤੋਂ ਬਾਅਦ ਫਿਰ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਵੀ ਪੁੱਛੋ। ਕਹਿੰਦੇ ਮਹਾਰਾਜ ਇਹ ਤੋਂ ਬਾਅਦ ਵੀ ਸਾਡੇ ਬੜੇ ਡੂੰਘੇ ਪ੍ਰਸ਼ਨ ਹਨ ਬ੍ਰਹਮ ਗਿਆਨ ਵਾਲੇ। ਇਸ ਕਰਕੇ ਇਸ ਕਥਾ ਦਾ ਨਾਮ ਆਤਮ ਵਿਚਾਰ ਬ੍ਰਹਮ ਗਿਆਨ ਦੀ ਵਿਚਾਰ ਵਾਲੀ ਇਹ ਕਥਾ ਹੈ ਜੋ ਆਪਾਂ ਸੁਣ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਭਾਈ ਦਇਆ ਸਿੰਘ ਜੀ ਵੱਲੋਂ ਹੈ। ਫਿਰ ਇਸ ਨੂੰ ਸੁਣਨ ਦਾ ਵੀ ਬੜਾ ਮਹਾਤਮ ਦੱਸਿਆ ਹੈ। ਗੁਰਬਾਣੀ ਅੰਦਰ ਵੀ ਇਹ ਬ੍ਰਹਮ ਵਿਚਾਰ ਦੀ ਕਥਾ ਜਿਹੜਾ ਸੁਣੇਗਾ ਤੇ ਫਿਰ ਕਮਾਈ ਕਰੇ ਤੇ ਹੋਰ ਵਧੀਆ ਹੈ, ਉਹਦਾ ਉਧਾਰ ਹੋ ਜਾਏਗਾ। ਉਹ ਬ੍ਰਹਮ ਗਿਆਨ ਦੀ ਵਿਚਾਰ ਵਾਲੀ ਕਥਾ ਜਿਸ ਨੂੰ ਸੁਣਨ ਦਾ ਵੀ ਬੜਾ ਮਹਾਤਮ, ਕਿਉਂਕਿ ਸੁਣਿਆ ਹੀ ਸੀ ਅਮਰ ਕਥਾ। ਸ਼ਿਵ ਜੀ ਕਹਿੰਦੇ ਪਾਰਵਤੀ ਨੂੰ ਸੁਣਾ ਰਹੇ ਸਨ ਤੇ ਤੋਤੇ ਨੇ ਸੁਣੀ ਖਾਲੀ ਧਿਆਨ ਦੇ ਨਾਲ, ਤੇ ਉਹ ਫਿਰ ਗਿਆਨ ਨੂੰ ਪ੍ਰਾਪਤ ਹੋ ਗਿਆ। ਪਾਰਵਤੀ ਸੌਂ ਗਈ। ਇਹ ਵਿਚਾਰ ਆਉਂਦੀ ਹੈ। ਇਸ ਕਰਕੇ ਸੁਣਨ ਦਾ ਵੀ ਬੜਾ ਮਹੱਤਵ ਹੈ। ਤੇ ਸਤਿਗੁਰੂ ਜੀ ਨੇ ਸੁਣਨ ਦੀਆਂ 4 ਪੌੜੀਆਂ ਲਿਖੀਆਂ ਜਪਜੀ ਸਾਹਿਬ ਅੰਦਰ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿ ਨ ਸਕੈ ਕਾਲ। ਵੀ ਕਥਾ ਸੁਣਨ ਦੇ ਨਾਲ ਕਾਲ ਮੌਤ ਦਾ ਵੀ ਡਰ ਨਹੀਂ ਰਹਿੰਦਾ। ਫਿਰ ਸੁਣਿਆ ਸਿੱਧ ਪੀਰ ਸੁਰਨਾਥ, ਇਹ ਸਾਰੇ ਸੁਣ ਕੇ ਹੀ ਕੋਈ ਸਿੱਧ ਬਣਿਆ, ਕੋਈ ਪੀਰ ਬਣਿਆ, ਕੋਈ ਇੰਦਰ ਦੇਵਤਾ ਬਣਿਆ, ਕੋਈ ਦੇਵਤਿਆਂ ਦੇ ਮਾਲਕ ਬਣੇ, ਸਭ ਸੁਣ ਕੇ ਹੀ ਬਣੇ। ਸੁਣਿਆ ਈਸ਼ਰ ਬਰਮਾ ਇੰਦ, ਜੋ ਈਸ਼ਵਰ ਹਨ ਬਰਮਾ ਆਦਿ 5 ਈਸ਼ਵਰ, ਇਹ ਵੀ ਸੁਣ ਕੇ ਹੀ ਇਹ ਸਾਰਾ ਕੁਝ ਪ੍ਰਾਪਤ ਕੀਤਾ ਇਹਨਾਂ ਨੇ। ਸੁਣਿਆ ਮੁਖ ਸਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ। ਪ੍ਰਭੂ ਦੇ ਨਾਲ ਜੁੜਨ ਦੀ ਜੁਗਤੀ ਜਿਹੜੀ ਹੈ ਇਹ ਵੀ ਸੁਣ ਕੇ ਹੀ ਪਤਾ ਲੱਗਦਾ ਹੈ, ਬਿਨਾਂ ਸੁਣਿਆ ਤਾਂ ਨਹੀਂ ਪਤਾ ਲੱਗਦਾ। ਫਿਰ ਸਰੀਰ ਦਾ ਭੇਦ, ਉਹ ਜਿਹੜੀ ਵਿਚਾਰ ਚੱਲ ਰਹੀ ਹੈ ਸਰੀਰ ਦੇ ਭੇਦ ਦੀ, ਵੀ ਇਹ ਸਰੀਰ ਦੇ ਅੰਦਰ ਆਤਮਾ ਨੂੰ ਢਕਣ ਵਾਲੇ ਇਹ 5 ਪਰਦੇ ਕਿਹੜੇ ਹਨ। ਆਤਮਾ ਤਾਂ ਸੁੱਧ ਸੀ, ਪ੍ਰਕਾਸ਼ਮੈ ਜੋਤੀ ਸਰੂਪ ਸੀ, ਪਰ ਇਹ ਕਿਹੜੇ ਪਰਦੇ ਹਨ ਜਿਨ੍ਹਾਂ ਨੇ ਆਤਮਾ ਨੂੰ ਢੱਕ ਲਿਆ ਤੇ ਇਹ ਆਤਮਾ ਨੂੰ ਭੁੱਲ ਕੇ ਤੇ ਜੀਵ ਆਪਣੇ ਆਪ ਨੂੰ ਹੋਰ ਹੀ ਸਮਝਣ ਲੱਗ ਗਿਆ। ਉਹਦੀ ਵਿਚਾਰ ਚੱਲ ਰਹੀ ਹੈ। ਤਨ ਭੇਦ, ਸਰੀਰ ਦੇ ਭੇਦ, ਇਹਨਾਂ ਦੀ ਵਿਚਾਰ ਚੱਲ ਰਹੀ ਵੀ 5 ਕੋਸ਼ ਕਿਹੜੇ ਹਨ, ਪਰਦੇ ਕਿਹੜੇ ਹਨ। ਕੱਲ ਆਪਾਂ ਜੋ ਵਿਚਾਰ ਕੀਤੀ ਸੀ, ਪਹਿਲਾ ਸੀ ਆਨੰਦਮੈ ਕੋਸ਼, ਉਸ ਤੋਂ ਬਾਅਦ ਫਿਰ ਅੰਨਮੈ ਕੋਸ਼। ਪਹਿਲਾ ਆਨੰਦਮੈ ਤੇ ਅਖੀਰਲਾ, ਪਹਿਲਾ ਆਨੰਦਮੈ ਤੇ ਦੂਜਾ ਅੰਨ ਤੋਂ ਚੱਲਣ ਵਾਲਾ। ਅਖੀਰਲੇ ਤੇ ਪਹਿਲੇ ਦੀ ਵਿਚਾਰ ਤਾਂ ਕੀਤੀ ਸੀ ਵੀ ਜਿਹੜੇ ਵਿੱਚ ਹਨ 3 ਕੋਸ਼, ਉਹ ਸਾਡਾ ਸੂਖਮ ਸਰੀਰ ਹੈ। ਸੂਖਮ ਸਰੀਰ ਕਹਿੰਦੇ ਸਰੀਰ ਤਿਆਗਣ ਤੋਂ ਬਾਅਦ ਜਿਹੜਾ ਸਰੀਰ ਸਾਨੂੰ ਮਿਲਦਾ ਹੈ, ਜਿਹੜੇ ਸਰੀਰ ਵਿੱਚ ਅਸੀਂ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਗਦੇ ਹਾਂ, ਚੰਗੇ ਜਾਂ ਮਾੜੇ ਕਰਮਾਂ ਦਾ, ਉਹਨੂੰ ਸੂਖਮ ਸਰੀਰ ਕਹਿੰਦੇ ਹਨ। ਸੋ ਭਾਈ ਦਇਆ ਸਿੰਘ ਜੀ ਨੇ ਕਰਮਾਂ ਬਾਰੇ ਦੱਸਿਆ ਖਾਲਸੇ ਨੂੰ ਵੀ ਇਹ ਠੀਕ ਹੈ, ਆਮ ਜਿਹੜੇ ਲੋਕ ਹਨ ਉਹਨਾਂ ਨੂੰ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ, ਉਹਨਾਂ ਦੇ ਕਰਮ ਭੋਗੇ ਤੋਂ ਬਿਨਾਂ ਮਿਟਦੇ ਨਹੀਂ। ਪਰ ਜਿਹੜੇ ਗੁਰੂ ਕੇ ਸਿੱਖ ਹਨ, ਜਿਨ੍ਹਾਂ ਨੇ ਗੁਰੂ ਨਾਨਕ ਦੀ ਸਿੱਖੀ ਧਾਰੀ ਹੈ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸਜੇ ਖਾਲਸਾ ਸਜ ਗਏ, ਉਹ ਫਿਰ ਜਦੋਂ ਅੱਗੇ ਬੰਦਗੀ ਕਰਦੇ ਹਨ
ਤੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਦੇ ਹਾਂ। ਵਾਹਿਗੁਰੂ ਗੁਰਮੰਤਰ ਵਿੱਚ ਬਹੁਤ ਵੱਡੀ ਤਾਕਤ ਹੈ। ਇਹਨੂੰ ਸਤਿਗੁਰੂ ਜੀ ਨੇ ਆਪ ਸਿੱਧ ਕੀਤਾ ਹੈ। ਹੁਣ ਆਪਾਂ ਕਹਾਂਗੇ ਵੀ ਸਿੱਧ ਕੀ ਹੁੰਦਾ ਹੈ। ਗੁਰਬਾਣੀ ਵਿੱਚ ਫਰਮਾਨ ਹੈ, ਸੋਈ RAM ਸਭੈ ਕਹੈ ਸੋਈ ਕੌਤਕ ਹਾਰ। ਵੀ ਉਹ ਰਾਮ ਰਾਮ ਤਾਂ ਵਾਹਿਗੁਰੂ ਵਾਹਿਗੁਰੂ ਤਾਂ ਸਾਰੇ ਕਰਦੇ ਹਨ, ਪਰ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਹੈ ਵਾਹਿਗੁਰੂ ਵਾਹਿਗੁਰੂ ਕਰਦਿਆਂ, ਵਾਹਿਗੁਰੂ ਵਾਹਿਗੁਰੂ ਕਰਨਾ ਹੈ ਤਾਂ ਕਿ ਹਿਰਦੇ 'ਚ ਵਸ ਜਾਏ। ਜੇ ਕਰਾਂਗੇ ਨਹੀਂ ਹਿਰਦੇ 'ਚ ਕਿਵੇਂ ਵਸੇਗਾ? ਪਹਿਲਾਂ ਬੋਲ ਕੇ, ਫਿਰ ਬਿਨਾਂ ਬੋਲਿਆਂ, ਫਿਰ ਹਿਰਦੇ ਵਿੱਚ ਧਿਆਨ ਕਰਕੇ, ਇਸ ਤਰ੍ਹਾਂ ਅਭਿਆਸ ਜਾਪ ਕਰਦਿਆਂ ਕਰਦਿਆਂ ਹਿਰਦੇ 'ਚ ਵਸ ਜਾਏਗਾ। ਇਸੇ ਕਰਕੇ ਕਿਹਾ ਹੈ ਵੀ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਜਿਹੜੀ ਜ਼ੁਬਾਨ ਨਾਮ ਨਹੀਂ ਜਪਦੀ, ਗੁਰਬਾਣੀ ਦਾ ਹੁਕਮ ਹੈ, ਉਹਨੂੰ ਸਜ਼ਾ ਮਿਲੇਗੀ। ਤਿਲ ਤਿਲ ਕਰਕੇ ਉਹਨੂੰ ਕੱਟਿਆ ਜਾਏਗਾ। ਹੁਣ ਇਹ ਕਲਯੁਗ ਦਾ ਨਿਆਂ ਐਸਾ ਹੈ, ਇਹ ਕਰ ਕਰੇ ਸੋ ਇਹ ਕਰ ਪਾਏ। ਜਿਹੜੇ ਹੱਥ ਨਾਲ ਬੰਦਾ ਮਾੜਾ ਕੰਮ ਕਰੇਗਾ ਉਸੇ ਹੱਥ ਨੂੰ ਸਜ਼ਾ ਮਿਲੇਗੀ, ਦੂਜੇ ਨੂੰ ਨਹੀਂ ਮਿਲੇਗੀ। ਇਹ ਕਲਯੁਗ ਦਾ ਨਿਆਂ ਹੈ। ਜਿਹੜਾ ਬੰਦਾ ਜੋ ਕਰਮ ਕਰੇਗਾ ਉਹਦੀ ਸਜ਼ਾ ਉਹਨੂੰ ਮਿਲੇਗੀ। ਆਮ ਜਿਹੜੇ ਲੋਕ ਐਵੇਂ ਗੱਲਾਂ ਕਰਦੇ ਹਨ ਜੀ, ਪਤੀ ਪਤਨੀ ਦਾ, ਜੇ ਪਤੀ ਚੰਗੇ ਕੰਮ ਕਰੇ ਤੇ ਪਤਨੀ ਨੂੰ ਮਿਲਦੇ ਹਨ, ਜੇ ਪਤਨੀ ਕਰੇ ਤੇ ਪਤੀ ਨੂੰ ਮਿਲਦੇ। ਗੁਰੂ ਜੀ ਕਹਿੰਦੇ ਐਸਾ ਸਭ ਬਕਵਾਸ ਹੈ, ਕੁਝ ਨਹੀਂ ਹੈ। ਇਹ ਕਲਯੁਗ ਦਾ ਨਿਆਂ ਨਹੀਂ ਹੈ। ਜਿਹੜਾ ਜਿਹੋ ਜੇ ਜੋ ਕਰਮ ਕਰੇਗਾ ਉਹਦੀ ਸਜ਼ਾ ਉਹਨੂੰ ਮਿਲੇਗੀ ਜ਼ਰੂਰ। ਇਹ ਅਵੱਸ ਹੈ। ਹੁਣ ਜੇ ਜ਼ਬਾਨ ਨਾਮ ਨਹੀਂ ਜਪਦੀ ਤੇ ਜ਼ਬਾਨ ਨੂੰ ਸਤਿਗੁਰੂ ਜੀ ਗੁਰਬਾਣੀ ਅੰਦਰ ਕਹਿੰਦੇ ਵੀ ਤਿਲ ਤਿਲ ਕਰਕੇ ਕੱਟਿਆ ਜਾਏਗਾ। ਫਿਰ ਕਿੰਨੀ ਤਕਲੀਫ ਹੋਏਗੀ? ਤਕਲੀਫ ਤਾਂ ਫਿਰ ਬੰਦੇ ਨੂੰ ਹੋਣੀ ਜਿਹਦੀ ਜ਼ਬਾਨ ਕੱਟੀ ਜਾਣੀ ਹੈ, ਦੂਜੇ ਨੂੰ ਕੀ ਪਤਾ। ਹੁਣ ਜੇ ਮਾੜੀ ਜਿਹੀ ਜ਼ਬਾਨ ਕਿਤੇ ਦੰਦਾਂ ਥੱਲੇ ਆ ਜਾਵੇ ਤੇ ਕਿੰਨੀ ਤਕਲੀਫ ਹੁੰਦੀ ਹੈ। ਤੇ ਜਦੋਂ ਇਹਨੂੰ ਤਿਲ ਤਿਲ ਕਰਕੇ ਕੱਟਿਆ ਜਾਏਗਾ ਫਿਰ ਕਿੰਨੀ ਤਕਲੀਫ ਹੋਏਗੀ। ਇਸ ਕਰਕੇ ਵੀ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ ਸਾਰਿਆਂ ਨੂੰ। ਪਰ ਜਿਹੜੇ ਬੰਦਗੀ ਕਰਦੇ ਹਨ, ਜੋ ਰਸਨਾ ਦੇ ਦੁਆਰਾ ਨਾਮ ਜਪਦੇ ਹਨ, ਤੇ ਵਾਹਿਗੁਰੂ ਗੁਰਮੰਤਰ ਇਹ ਸਿੱਧ ਮੰਤਰ ਹੈ। ਹੁਣ ਆਪਾਂ ਨੂੰ ਸਾਖੀ ਦਾ ਤਾਂ ਪਤਾ ਹੈ, ਲੋਈ ਦਾ ਤੇ ਕੋੜੀ। ਇੱਕ ਕੋੜੀ ਆ ਗਿਆ ਕਬੀਰ ਜੀ ਦੀ ਵਡਿਆਈ ਸੁਣ ਕੇ, ਤੇ ਅੱਗੇ ਕਬੀਰ ਜੀ ਘਰ ਨਹੀਂ ਸਨ, ਲੋਈ ਘਰ ਸੀ। ਹੁਣ ਭਗਤ ਕਬੀਰ ਜੀ ਜੇ ਬੰਦਗੀ ਕਰਦੇ ਸਨ ਤੇ ਲੋਈ ਵੀ ਬੰਦਗੀ ਕਰਦੇ ਸੀ, ਕਿਉਂਕਿ ਦੋਹਾਂ ਦਾ ਸੁਮੇਲ ਹੋਵੇ ਤਾਂ ਹੀ ਇਹ ਗ੍ਰਸਥ ਰੂਪੀ ਗੱਡੀ ਸੜਕ 'ਤੇ ਚੱਲ ਸਕਦੀ ਹੈ, ਜੀਵਨ ਰੂਪੀ ਸੜਕ 'ਤੇ। ਹੁਣ ਜੇ ਪਤੀ ਤਾਂ ਨਿਤਨੇਮ ਕਰਨ ਵਾਲਾ ਹੋਵੇ ਤੇ ਪਤਨੀ ਘਰਾੜੇ ਮਾਰੀ ਜਾਵੇ ਕਿ ਮੈਨੂੰ ਕਿਉਂ ਪਰੇਸ਼ਾਨ ਕਰਦਾ, ਸਵੇਰੇ ਸਵੇਰੇ ਉੱਠ ਕੇ ਬਹਿ ਜਾਂਦਾ, ਪਤਾ ਨਹੀਂ ਇਹਨੂੰ ਕੀ ਹੋਇਆ ਹੈ। ਜੇ ਪਤਨੀ ਭਜਨ ਬੰਦਗੀ ਵਾਲੀ ਹੋਵੇ, ਬਾਣੀ ਪੜ੍ਹਨ ਵਾਲੀ ਹੋਵੇ, ਪਤੀ ਅੜਿੱਕਾ ਲਾਵੇ ਵੀ ਇਹ ਸਵੇਰੇ ਸਵੇਰੇ ਉੱਠ ਕੇ ਕਿੱਥੇ ਜਾਂਦੀ ਹੈ ਇਕੱਲੀ ਗੁਰਦੁਆਰੇ। ਦੋਹਾਂ ਦਾ ਸੁਮੇਲ ਜੇ ਨਹੀਂ ਤੇ ਗੱਲ ਬਣ ਨਹੀਂ ਸਕਦੀ। ਜੋ ਦੋਹਾਂ ਦਾ ਸੁਮੇਲ ਹੋਵੇ ਫਿਰ ਤਾਂ ਬੜੀ ਛੇਤੀ ਤਰੱਕੀ ਹੁੰਦੀ ਹੈ। ਇੱਕ ਦੂਜੇ ਦੀ ਦੋਹੇ ਸਹਾਇਤਾ ਕਰਨ, ਬੰਦਗੀ ਦੇ ਵਿੱਚ ਵੀ, ਸਿਮਰਨ ਵਿੱਚ ਵੀ, ਗ੍ਰਸਥ ਦੇ ਵਿੱਚ ਵੀ। ਇੱਕ ਦੂਜੇ ਦੀ ਸਲਾਹ ਦੇ ਨਾਲ ਜੇ ਕੋਈ ਕੰਮ ਕੀਤਾ ਜਾਵੇ ਫਿਰ ਕਦੀ ਝਗੜਾ ਨਹੀਂ ਹੁੰਦਾ। ਉਹ ਜੇ ਬੰਦਾ ਹੰਕਾਰ ਕਰੇ ਮੈਂ ਬੰਦਾ ਹਾਂ, ਮੈਂ ਆਪਦੀ ਮਰਜ਼ੀ ਕਰਾਂਗਾ, ਤੈਨੂੰ ਮੇਰਾ ਹੁਕਮ ਮੰਨਣਾ ਪਵੇਗਾ, ਫਿਰ ਤਾਂ ਝਗੜਾ ਪੈਣਾ ਹੀ ਪੈਣਾ ਹੈ। ਜੇ ਸਲਾਹ ਲੈ ਲਵੇ ਭਲੀਏ ਲੋਕ ਆਪਾਂ ਇਹ ਕੰਮ ਕਰ ਲਈਏ, ਫਿਰ ਦੋਵੇਂ ਵਿਚਾਰ ਕਰਨ ਮਿਲ ਕੇ ਵੀ ਇਹ ਕੰਮ 'ਚ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ, ਫਿਰ ਦੋਹਾਂ ਦੀ ਜਿਹੜੀ ਨਿਰਣੇ ਵਾਲੀ ਵਿਚਾਰ ਹੈ ਉਹ ਫਿਰ ਕੰਮ ਕੀਤਾ ਜਾਓ, ਕੰਮ ਵੀ ਸਫਲ ਹੋਏਗਾ। ਇਸ ਤਰ੍ਹਾਂ ਫਿਰ ਇਹ ਗ੍ਰਸਥ ਆਸ਼ਰਮ ਰੂਪੀ ਜੋ ਗੱਡੀ ਹੈ ਇਹ ਫਿਰ ਜੀਵਨ ਰੂਪੀ ਰਸਤੇ 'ਤੇ ਸਹੀ ਚੱਲ ਸਕਦੀ ਹੈ।
ਹੁਣ ਭਗਤ ਕਬੀਰ ਜੀ ਜਿੱਥੇ ਬੰਦਗੀ ਵਾਲੇ ਸਨ ਤੇ ਲੋਈ ਵੀ ਬੰਦਗੀ ਵਾਲੀ ਸੀ, ਬਹੁਤ ਭਜਨੀਕ ਸੀ ਲੋਈ ਵੀ, ਸਹਾਇਤਾ ਆਗਿਆਕਾਰੀ ਸੀ, ਸਹਾਇਤਾ ਕਰਦੀ ਸੀ। ਤੇ ਕਬੀਰ ਜੀ ਵੀ ਪੂਰਾ ਸਨਮਾਨ ਰੱਖਦੇ ਸਨ ਲੋਈ ਦਾ, ਹਰ ਗੱਲ ਵਿੱਚ ਉਹਦਾ ਪੂਰਾ ਮਾਨ ਸਨਮਾਨ, ਹਰ ਗੱਲ 'ਚ ਰਾਏ ਲੈਣੀ, ਮਸ਼ਵਰਾ ਲੈਣਾ। ਤੇ ਕਬੀਰ ਜੀ ਦੇ ਮਨ ਅੰਦਰ ਲੋਈ ਵਾਸਤੇ ਬੜਾ ਪਿਆਰ ਸੀ, ਸਤਿਕਾਰ ਸੀ, ਤੇ ਲੋਈ ਦੇ ਮਨ ਅੰਦਰ ਕਬੀਰ ਜੀ ਵਾਸਤੇ ਵੀ ਪਿਆਰ ਤੇ ਸਤਿਕਾਰ ਸੀ। ਹੁਣ ਕੋਹੜੀ ਆ ਗਿਆ, ਕਹਿੰਦਾ ਜੀ ਮੇਰਾ ਕੋਹੜ ਦੂਰ ਕਰ ਦਿਓ, ਭਗਤ ਕਬੀਰ ਦੀ ਮੈਂ ਬੜੀ ਵਡਿਆਈ ਸੁਣੀ ਹੈ। ਲੋਈ ਦੇ ਮਨ 'ਚ ਆਇਆ ਵੀ ਇਹ ਮੇਰੇ ਪਤੀ ਦੀ ਵਡਿਆਈ ਕਰ ਰਿਹਾ ਹੈ, ਤੇ ਇੱਥੋਂ ਫਿਰ ਖਾਲੀ ਨਾ ਜਾਵੇ, ਦੇਖੀ ਜਾਏਗੀ ਜੋ ਹੋਏਗਾ। ਕਹਿੰਦੇ ਚੰਗਾ ਰਾਮ ਕਹੋ, ਕਿਉਂਕਿ ਭਗਤ ਕਬੀਰ ਜੀ ਨੂੰ ਸ਼ੁਰੂ ਵਿੱਚ ਜਿਹੜਾ ਗੁਰਮੰਤਰ ਮਿਲਿਆ ਸੀ ਉਹ ਰਾਮ ਮਿਲਿਆ ਸੀ, ਰਾਮਾਨੰਦ ਜੀ ਤੋਂ। ਰਾਮ ਕੇ ਰਾਮ ਕਹੋ ਇਹ ਕਿਹਾ ਸੀ, ਉਹਨੇ ਫਿਰ ਗੁਰਮੰਤਰ ਮੰਨ ਲਿਆ। ਤੇ ਜਦੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਨਾਲ ਮੇਲ ਹੋਇਆ ਕਬੀਰ ਜੀ ਦਾ, ਫਿਰ ਸਤਿਗੁਰੂ ਜੀ ਨੇ ਸਤਿਨਾਮ ਮੰਤਰ ਦਿੱਤਾ ਸੀ ਕਬੀਰ ਨੂੰ। ਤੇ ਕਬੀਰ ਦੇ ਗ੍ਰੰਥ ਬੀਜਕ ਦੇ ਵਿੱਚ ਅਜੇ ਵੀ ਸਤਿਨਾਮ ਮੰਤਰ ਦੀ ਹੀ ਗੱਲ ਆਉਂਦੀ ਹੈ, ਰਾਮ ਦੀ ਨਹੀਂ ਆਉਂਦੀ, ਸਤਿਨਾਮ ਮੰਤਰ ਦੀ ਗੱਲ ਆਉਂਦੀ ਹੈ। ਤੇ ਕਬੀਰ ਨੇ ਆਪਣੇ ਗ੍ਰੰਥ ਵਿੱਚ ਲਿਖਿਆ ਹੈ, ਜਿਹੜਾ ਅਸਲੀ ਹੈ ਉਹ ਤਾਂ ਬ੍ਰਿਟਿਸ਼ ਮਿਊਜ਼ੀਅਮ ਇੰਗਲੈਂਡ ਵਿੱਚ ਪਿਆ ਹੋਇਆ ਹੈ। ਅਸਲੀ ਕਬੀਰ ਬੀਜਕ ਜਿਹੜਾ ਗ੍ਰੰਥ ਹੈ, ਉਹਦੇ ਵਿੱਚ ਉਹਨਾਂ ਨੇ ਕਬੀਰ ਜੀ ਨੇ ਲਿਖਿਆ ਹੈ ਕਿ ਮੁਕਤ ਦਾਤਾ ਗੁਰੂ ਨਾਨਕ ਹੈ, ਰੰਚਕ ਰਾਮਾਨੰਦ। ਵੀ ਮੇਰੇ ਮੁਕਤੀ ਦੇ ਦਾਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਜਦੋਂ ਗੁਰੂ ਨਾਨਕ ਦੇਵ ਜੀ ਕਾਂਸੀ ਆਏ, ਭਗਤ ਕਬੀਰ ਜੀ ਉਦੋਂ ਕਿਤੇ ਬਾਹਰ ਪਿੰਡ ਵਿੱਚ ਗਏ ਸਨ, ਤੇ ਸਤਿਗੁਰੂ ਜੀ ਉੱਥੇ ਜਾ ਕੇ ਮਿਲੇ। ਕਿਉਂਕਿ ਭਗਤ ਕਬੀਰ ਜੀ ਤੇ ਗੁਰੂ ਨਾਨਕ ਦੇਵ ਜੀ ਤਕਰੀਬਨ 50 ਸਾਲ ਦਾ ਸਮਾਂ ਇਕੱਠੇ ਇੱਕ ਸਮੇਂ ਵਿੱਚ ਹੋਏ। ਸਤਿਗੁਰੂ ਨਾਨਕ ਦੇਵ ਜੀ ਦਾ ਅਵਤਾਰ ਬਿਕਰਮੀ ਸੰਵਤ 1526 ਦੇ ਵਿੱਚ ਹੋਇਆ, ਤੇ ਸਤਿਗੁਰੂ ਜੀ ਨੇ ਸਰੀਰ ਤਿਆਰਿਆ ਸੀ 1596 ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ, ਤੇ ਭਗਤ ਕਬੀਰ ਜੀ ਨੇ 75 ਵਿੱਚ ਸਰੀਰ ਤਿਆਗਿਆ। ਤੇ ਸਮਕਾਲੀ ਕਬੀਰ ਜੀ ਦੀ ਉਮਰ 100 ਸਾਲ ਤੋਂ ਉੱਤੇ ਮੰਨੀ ਜਾਂਦੀ ਹੈ, ਤੇ ਸਤਿਗੁਰੂ ਨਾਨਕ ਦੇਵ ਜੀ ਦੀ ਕਰੀਬਨ 70 ਕੁ ਸਾਲ ਗ੍ਰਹਿ ਵਿਚਾਰ। ਸੋ ਇਸ ਤਰ੍ਹਾਂ ਇਹ ਸਮਾਂ ਉਹਨਾਂ ਦਾ ਸਮਕਾਲੀ ਸਮਾਂ ਵੀ ਸੀ, ਕਰੀਬਨ 50 ਕੁ ਸਾਲ ਦਾ ਅੰਦਾਜ਼ਨ। ਤੇ ਜਦੋਂ ਕਬੀਰ ਜੀ ਨੂੰ ਮਿਲੇ, ਉਹਨਾਂ ਨੇ ਫਿਰ ਉਪਦੇਸ਼ ਦਿੱਤਾ ਸਤਿਗੁਰੂ ਨਾਨਕ ਦੇਵ ਜੀ ਨੇ। ਫਿਰ ਕਬੀਰ ਜੀ ਨੇ ਪੰਜਾਬੀ ਭਾਸ਼ਾ ਸਿੱਖੀ। ਹੁਣ ਕਬੀਰ ਜੀ ਤਾਂ यूपी ਦੇ ਬਨਾਰਸ ਦੇ ਰਹਿਣ ਵਾਲੇ, ਦਿਹਾਤੀ ਬੋਲੀ ਉੱਥੇ तुम कहाँ गए हो, का करते हो, हम ये करीत है वो करीत है, ऐदा दी बोली है उत्थे दी। ते उन्होंने फिर पंजाबी बोली सीख के ते फिर जो कबीर जी की 52 अखरी वो पंजाबी दे विच है। हुण हिंदी में तो का खा गा आउंदा है, तो पंजाबी च आउंदा कक्का खग्गा गग्गा। ਤੇ ਕਬੀਰ ਜੀ ਦੀ ਸਾਰੀ ਬਾਣੀ ਵਿੱਚ ਕੱਕਾ ਖੱਖਾ ਗੱਗਾ ਇਹ ਸਾਰੇ ਅੱਖਰ ਆਉਂਦੇ ਹਨ, ਬਿਲਕੁਲ ਪਿਓਰ ਪੰਜਾਬੀ ਵਿੱਚ। ਤੇ ਬਹੁਤ ਸਾਰੇ ਜੋ ਸ਼ਬਦ ਹਨ ਕਬੀਰ ਜੀ ਦੇ ਉਹ ਪੰਜਾਬੀ ਬੋਲੀ ਦੇ ਹਨ। ਤੇ ਭਗਤ ਨਾਮਦੇਵ ਜੀ ਤਾਂ ਉਹਨਾਂ ਨੇ ਉੱਥੇ ਔਡਾ ਤੋਂ ਮਹਾਰਾਸ਼ਟਰ ਤੋਂ ਆ ਕੇ ਇੱਥੇ ਘੁਮਾਣ, ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ 'ਚ, ਇੱਥੇ ਉਹਨਾਂ ਨੇ ਆਪਣਾ ਨਿਵਾਸ ਕਰ ਲਿਆ। ਇੱਥੇ ਸਰੀਰ ਤਿਆਗਿਆ ਸੀ ਭਗਤ ਨਾਮਦੇਵ ਜੀ ਨੇ। ਸੋ ਰੋਹ ਵਿਚਾਰ। ਸੋ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਤਿਨਾਮ ਮੰਤਰ ਦਿੱਤਾ ਸੀ।
ਉੱਥੋਂ ਫਿਰ ਉਹ ਸਤਿਨਾਮ ਮੰਤਰ ਦਾ ਜਾਪ ਕਰਦੇ ਰਹੇ। ਉਹਨਾਂ ਲਿਖ ਦਿੱਤਾ ਵੀ ਥੋੜ੍ਹਾ ਜਿਹਾ ਗੁਰੂ ਮੇਰਾ ਹੈ ਰਾਮਾਨੰਦ, ਸ਼ੁਰੂ ਦੇ ਵਿੱਚ ਮੈਂ ਉਹਨੂੰ ਗੁਰੂ ਧਾਰਿਆ, ਪਰ ਉਹਨੇ ਮੈਨੂੰ ਆਪਦਾ ਚੇਲਾ ਨਹੀਂ ਮੰਨਿਆ, ਕਿਉਂਕਿ ਉਹ ਕਹਿੰਦਾ ਸੀ ਇਹ ਜੁਲਾਹਾ ਪਤਾ ਨਹੀਂ ਕਿਹੜੀ ਜਾਤ ਦਾ, ਇਹਦੇ ਮਾਂ ਪਿਓ ਦਾ ਹੀ ਨਹੀਂ ਪਤਾ, ਅਤੇ ਜੁਲਾਹਿਆਂ ਨੇ ਪਾਲਿਆ ਹੈ, ਅਤੇ ਇਹਨੂੰ ਮੈਂ ਮੰਤਰ ਨਹੀਂ ਦੇ ਸਕਦਾ, ਗੁਰੂ ਮੰਤਰ, ਮੇਰਾ ਚੇਲਾ ਨਹੀਂ ਉਹਨੇ ਉਹਨੂੰ ਚੇਲਾ ਨਹੀਂ ਮੰਨਿਆ, ਪਰ ਇਹਨੇ ਉਹਦੇ ਮੰਤਰ ਨੂੰ ਮੰਨ ਲਿਆ। ਪੌੜੀਆਂ ਵਿੱਚ ਲੇਟ ਗਿਆ, ਰਾਤ ਨੂੰ ਗੰਗਾ ਨਹਾਉਣ ਆਉਂਦਾ ਸੀ, ਪੌੜੀ ਸਰੀਰ 'ਤੇ ਪੈਰ ਪਿਆ, ਲੱਗਿਆ ਵੀ ਤਾਂ ਥੱਲੇ ਕੋਈ ਬੰਦਾ ਹੈ। ਉਹਨੇ ਸੁਦੇ ਸਿੱਧ ਕਿਹਾ ਰਾਮ ਕੇ ਰਾਮ ਕਹੋ, ਜਾਂ ਬੇਟਾ ਰਾਮ ਕਹੋ, ਅਤੇ ਕਬੀਰ ਨੇ ਕਿਹਾ ਰਾਮ, ਉਹਨੂੰ ਗੁਰੂ ਮੰਤਰ ਮੰਨ ਲਿਆ, ਪਰ ਉਹਨੇ ਆਪਦਾ ਚੇਲਾ ਨਹੀਂ ਮੰਨਿਆ। ਇਸ ਕਰਕੇ ਕਹਿੰਦਾ ਵੀ ਉਹ ਥੋੜ੍ਹਾ ਜਿਹਾ ਤਾਂ ਹੈ ਮੇਰਾ ਗੁਰੂ, ਪਰ ਅਸਲੀ ਮੁਕਤੀ ਦੇ ਦਾਤੇ ਮੇਰੇ ਜਿਹੜੇ ਹਨ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਮੁਕਤੀ ਮੈਨੂੰ ਉਹਨਾਂ ਨੇ ਦਿੱਤੀ ਹੈ, ਬ੍ਰਹਮ ਗਿਆਨ ਮੈਨੂੰ ਉਹਨਾਂ ਨੇ ਬਖਸ਼ਿਆ ਹੈ, ਉੱਥੋਂ ਮੈਨੂੰ ਇਹ ਦਾਤ ਮਿਲੀ ਹੈ ਬ੍ਰਹਮ ਗਿਆਨ ਦੀ। ਇਹ ਭਗਤ ਕਬੀਰ ਜੀ ਨੇ ਆਪਣੀ ਰਚਨਾ ਵਿੱਚ ਖੁਦ ਲਿਖਿਆ ਹੋਇਆ ਹੈ। ਜੇ ਸਾਡੇ ਕੋਲ ਇੱਥੇ ਵੀ ਲਿਖਤਾਂ ਉਹਦੇ ਪ੍ਰਮਾਣ ਲਿਖਤੀ ਰੂਪ ਦੇ ਵਿੱਚ ਵੀ ਹਨ, ਜੋ ਕਿ ਬਹੁਤ ਸਾਰੇ ਸਾਡੇ ਸਿੰਘਾਂ ਨੇ ਉੱਥੇ ਜਾ ਕੇ, ਵਿਦਵਾਨਾਂ ਨੇ ਉਹਦੀ ਰਿਸਰਚ ਕੀਤੀ ਹੈ, ਪੜ੍ਹਿਆ ਹੈ, ਵਿਚਾਰਿਆ ਹੈ, ਰੋਹ ਵਿਚਾਰ। ਸੋ ਹੁਣ ਲੋਈ ਆਪਣੇ ਪਤੀ ਦੀ ਵਡਿਆਈ ਸੁਣ ਕੇ ਖੁਸ਼ ਹੋ ਗਈ। ਹੁਣ ਉਹਨੇ ਹੁਣ ਇਹ ਨਹੀਂ ਪਤਾ ਵੀ ਰਾਮ ਕਿਹਾ ਸੀ ਕਹੋ ਜਾਂ ਵਾਹਿਗੁਰੂ ਕਿਹਾ ਸੀ ਕਹੋ, ਇਹਦਾ ਜ਼ਿਕਰ ਨਹੀਂ ਆਉਂਦਾ, ਪਰ ਨਾਮ ਦਾ ਜ਼ਿਕਰ ਆਉਂਦਾ ਹੈ। ਆਮ ਕਰਕੇ ਰਾਮ ਨਾਮ ਹੀ ਪ੍ਰਚਲਿਤ ਸੀ। ਹੁਣ ਲੋਈ ਦੇ ਹਿਰਦੇ ਵਿੱਚ ਵਸਿਆ ਹੋਇਆ ਸੀ। ਸੋਈ ਰਾਮ ਸਭੈ ਕਹੈ ਸੋਈ ਕੌਤਕ ਹਾਰ, ਤੇ ਕੌਤਕ ਹੋ ਗਿਆ। ਕੌਤਕ ਕੀ ਹੋਇਆ? ਇੱਕ ਵਾਰੀ ਰਾਮ ਕਿਹਾ ਵੀ ਕਹੋ, ਉਹਨੇ ਅੱਗੇ ਰਾਮ ਕਿਹਾ, ਤੇ ਕੀ ਹੋਇਆ ਵੀ ਉਹਦਾ ਕੋੜ ਹੀ ਮਿਟ ਗਿਆ, ਕੌਤਕ ਹੋ ਗਿਆ। ਹੁਣ ਉਹ ਜਿਹੜਾ ਕੋੜੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਮ 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 ਕਹਿੰਦਾ ਸੀ, ਭੀਖ ਮਿਲ ਜਾਵੇ ਉਹਦੇ ਵਾਸਤੇ, ਪਰ ਹਿਰਦੇ ਵਿੱਚ ਨਹੀਂ ਸੀ ਵਸਿਆ। ਸੋ ਇਹ ਹੈ ਹਿਰਦੇ ਵਿੱਚ ਵਸੇ ਹੋਏ ਨਾਮ ਦੀ ਵਡਿਆਈ, ਮਹਿਮਾ। ਤੇ ਨਾਮ ਜਪਣਾ ਹੈ, ਇਸੇ ਕਰਕੇ ਰਸਨਾ ਦੇ ਦੁਆਰਾ ਜਪਣਾ ਹੈ, ਬਿਨਾਂ ਬੋਲਿਆ ਵੀ ਜਪਣਾ ਹੈ, ਵੀ ਹਿਰਦੇ 'ਚ ਵਸ ਜਾਵੇ। ਕਹੋ ਨਾਨਕ ਹਿਰਦੈ ਜਿਨ ਵਸਿਆ, ਮੋਖ ਮੁਕਤ ਤਿਨ ਪਾਇਆ, ਸੋਈ ਕੌਤਕ ਹਾਰੂ, ਕੌਤਕ ਹੋ ਜਾਂਦਾ ਹੈ। ਹੁਣ ਗੁਰਬਾਣੀ ਅੰਦਰ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਫਰਮਾਇਆ ਹੈ ਕਿ ਗੁਰੂ ਨਾਨਕ ਦੇਵ ਜੀ ਆਪ ਅਕਾਲ ਪੁਰਖ ਹਨ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਉਹਨਾਂ ਤੋਂ ਵੱਡਾ ਕੋਈ ਨਹੀਂ ਹੈ। ਉਹ ਆਪ ਪਾਰ ਬ੍ਰਹਮ ਪਰਮੇਸ਼ਰ ਹਨ। ਅਤੇ ਆਪ ਪਾਰ ਬ੍ਰਹਮ ਪਰਮੇਸ਼ਰ ਨੇ ਕਹਿ ਲਓ, ਗੁਰੂ ਨਾਨਕ ਨੇ ਕਹਿ ਲਓ, ਇੱਕੋ ਹੀ ਗੱਲ ਹੈ। 36 ਜੁਗ ਕਿਉ ਗੁਬਾਰਾ, ਤੂੰ ਆਪੇ ਜਾਣੈ ਸਿਰਜਣਹਾਰਾ। 36 ਯੁੱਗ ਦਾ ਸਮਾਂ ਜਿੰਨਾ ਸਾਡਾ ਮਾਤ ਲੋਕ 'ਤੇ ਹੁੰਦਾ ਹੈ, ਇਤਨਾ ਸਮਾਂ ਗੁਬਾਰ ਅੰਧੇਰਾ ਸੀ। ਅਤੇ ਉਦੋਂ ਗੁਰੂ ਨਾਨਕ ਕਹਿ ਲਓ, ਵਾਹਿਗੁਰੂ ਕਹਿ ਲਓ, ਅਕਾਲ ਪੁਰਖ ਕਹਿ ਲਓ, ਉਸ ਨੇ ਇਹ ਮੰਤਰ ਤਿਆਰ ਕੀਤਾ। ਉਦੋਂ ਇੱਕ ਇੱਕ ਅੱਖਰ 'ਤੇ 9 ਯੁੱਗ ਜਾਪ ਕਰਕੇ ਇਹਦੇ ਵਿੱਚ ਤਾਕਤ ਭਰ ਦਿੱਤੀ। 36 ਯੁੱਗਾਂ ਦੇ ਵਿੱਚ ਇਹ ਵਾਹਿਗੁਰੂ ਮੰਤਰ ਤਿਆਰ ਹੋ ਗਿਆ। ਫਿਰ ਉਸ ਅਕਾਲ ਪੁਰਖ ਨੇ ਹੀ ਜਦੋਂ ਸਤਿਯੁਗ ਦੇ ਆਰੰਭ ਦੇ ਵਿੱਚ ਸਮੁੰਡ ਰਿਖੀ ਦੀ ਆਰਾਧਨਾ 'ਤੇ ਸਿੱਧੇ ਹੀ ਪ੍ਰਗਟ ਹੋਏ, ਬਿਨਾਂ ਮਾਤਾ ਪਿਤਾ ਤੋਂ ਸਿੱਧੇ। ਬੜਾ ਲੋਹ ਪੁਰਸ਼, ਬੜਾ ਤਗੜਾ ਸਰੀਰ, ਬੜੇ ਬਲਵਾਨ, ਬੜੇ ਤੇਜਮਈ। ਉਦੋਂ ਫਿਰ ਦੈਂਤਾਂ ਦਾ ਨਾਸ਼ ਕਰਕੇ ਆਪਣਾ ਨਾਮ ਦੁਸ਼ਟ ਦਮਨ ਕਹਾਇਆ। ਅਤੇ ਉਹ ਦੁਸ਼ਟ ਦਮਨ ਭਗਵਾਨ ਨੇ ਹੀ ਸਤਿਯੁਗ ਦੇ ਸ਼ੁਰੂ ਤੋਂ ਲੈ ਕੇ ਕਲਯੁਗ ਦੇ
शुरुआत तक 3 युग लगातार। ਹੁਣ 3 युग ਜਿਹੜੇ ਵਿੱਚ ਨਾਮ ਜਪਿਆ ਕਰੀਬਨ 38 ਲੱਖ ਵਰਾ ਬਣਦਾ ਹੈ। 38 ਲੱਖ ਵਰਾ, 38 ਲੱਖ ਵਰਾ ਦੁਸ਼ਦਮਨ ਭਗਵਾਨ ਨੇ ਹੇਮਕੁੰਡ ਪਰਬਤ ਤੇ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕੀਤਾ। ਬਹੁਤ ਤਾਕਤ ਭਰ ਦਿੱਤੀ ਉਹਦੇ ਵਿੱਚ। ਤੇ ਫਿਰ ਲਿਖਿਆ ਵੀ ਹੈ 10ਵੇਂ ਪਾਤਸ਼ਾਹ ਨੇ, ਉਹ ਹੀ ਦੁਸ਼ਦਮਨ ਭਗਵਾਨ ਪਟਨਾ ਸ਼ਹਿਰ ਵਿਖੇ ਭਵ ਲਿਓ, ਉਹਨਾਂ ਦੇ ਇੱਥੇ ਅਵਤਾਰ ਹੋਇਆ। ਉਹਨਾਂ ਨੇ ਫਿਰ ਆਪ ਲਿਖਿਆ ਹੈ ਸਰਬਲੋਕ ਗ੍ਰੰਥ ਦੇ 5ਵੇਂ ਅਧਿਆਏ ਦੇ ਵਿੱਚ ਵੀ ਕਲਪ ਕਲਪ ਪ੍ਰਤੀ ਅਛਰ ਕਹੀ ਸ੍ਰੀ ਨਾਨਕ ਜਾਪਿਓ ਸਹੀ, ਵੀ ਇਹ ਸਹੀ ਗੱਲ ਹੈ। ਤੇ ਅੱਗੇ ਲਿਖਦੇ ਹਨ ਸਾ ਮੰਤਰ ਪ੍ਰਭ ਖਾਲਸੇ ਦੀਨਾ ਵਾਹਿਗੁਰੂ ਪਦ ਪਾਵਨ ਕੀਨਾ। ਅਸੀਂ ਉਹੀ ਵਾਹਿਗੁਰੂ ਮੰਤਰ ਆਪਣੇ ਖਾਲਸੇ ਨੂੰ ਦਿੱਤਾ ਹੈ, ਸਿੱਧ ਕਰਕੇ ਅਥਾਹ ਸ਼ਕਤੀ ਭਰ ਕੇ ਵਿੱਚ। ਅਸੀਂ ਆਪਦੇ ਨਾਲ ਨਹੀਂ ਜੋੜਿਆ, ਅਸੀਂ ਖਾਲਸੇ ਨੂੰ ਵਾਹਿਗੁਰੂ ਦੇ ਚਰਨੀ ਲਾਇਆ ਹੈ। ਸਤਿਗੁਰੂ ਜੀ ਨੇ ਆਪਣੇ ਪਿਤਾ ਦਾ ਮਾਣ ਦਿੱਤਾ ਹੈ ਖਾਲਸੇ ਨੂੰ, ਖਾਲਸਾ ਪੁੱਤਰ ਮੰਨਿਆ ਹੈ ਆਪਣਾ, ਪਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਿਆ ਆਪਣੇ ਖਾਲਸੇ ਪੁੱਤਰ ਨੂੰ। ਇਤਨੀ ਤਾਕਤ ਭਰੀ ਇਸ ਵਾਹਿਗੁਰੂ ਮੰਤਰ ਦੇ ਵਿੱਚ। ਤੇ ਭਾਈ ਦਇਆ ਸਿੰਘ ਜੀ ਦੱਸਦੇ ਹਨ ਕਿ ਠੀਕ ਹੈ ਦੂਜੇ ਧਰਮਾਂ ਅਨੁਸਾਰ ਜੋ ਠੀਕ ਹੈ ਉਹਨਾਂ ਵਾਸਤੇ, ਪਾਪੀਆਂ ਪੁੰਨੀਆਂ ਵਾਸਤੇ ਸਭ ਠੀਕ ਹੈ, ਪਰ ਜਿਹੜਾ ਗੁਰੂ ਕਾ ਸਿੱਖ ਵਾਹਿਗੁਰੂ ਗੁਰੂ ਮੰਤਰ ਜਪੇਗਾ ਉਹਦੇ ਸਾਰੇ ਕਰਮ ਕੱਟੇ ਜਾਣਗੇ। ਗੁਰਬਾਣੀ ਵਿੱਚ ਵੀ ਫਰਮਾਨ ਹੈ ਗੁਰੂ ਕਾ ਸ਼ਬਦ ਕਾਟੈ ਕੋਟ ਕਰਮ। ਗੁਰੂ ਦਾ ਸ਼ਬਦ ਕੀ ਹੈ? ਗੁਰੂ ਦਾ ਬਖਸ਼ਿਆ ਹੋਇਆ ਗੁਰਮੰਤਰ ਵਾਹਿਗੁਰੂ ਹੈ। ਤੇ ਵਾਹਿਗੁਰੂ ਗੁਰਮੰਤਰ ਮਿਲਦਾ ਕਿਵੇਂ ਹੈ? ਉਹ 5 ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰਨ ਦੀ ਇਹ ਮਰਿਆਦਾ ਹੈ। ਜਦੋਂ ਅਸੀਂ 5 ਤੋਂ ਵਾਹਿਗੁਰੂ ਗੁਰਮੰਤਰ ਪ੍ਰਾਪਤ ਕਰਕੇ ਫਿਰ ਅਭਿਆਸ ਕਰਾਂਗੇ, ਫਿਰ ਸਾਡੇ ਜਿਹੜੇ ਕਰਮ ਹਨ ਪਿਛਲੇ ਜਨਮਾਂ ਦੇ ਉਹ ਸਾਰੇ ਫਿਰ ਕੱਟੇ ਜਾਣਗੇ। ਦੁਬਾਰੇ ਫਿਰ ਜਨਮ ਨਹੀਂ ਧਾਰਨਾ ਪਏਗਾ। ਜਿਨ੍ਹਾਂ ਕਰਮਾਂ ਕਰਕੇ ਅੱਗੇ ਸਾਡੇ ਹਜ਼ਾਰਾਂ ਹੀ ਜਨਮ ਲਿਖੇ ਪਏ ਪਹਿਲਾਂ ਹੀ, ਉਹ ਪ੍ਰਾਰਬਧ ਕਰਮ ਸਾਰੀ ਕਰਮਾਂ ਦੀ ਵਿਚਾਰ ਆਈ ਸੀ। ਕਿਰੇਮਾਨ ਕਰਮ, ਸੰਚਿਤ ਕਰਮ, ਪ੍ਰਾਰਬਧ ਕਰਮ, ਉਹ ਬੜੇ ਆਪਾਂ ਵਿਆਖਿਆ ਵਿਚਾਰ ਕੀਤੀ ਸੀ। ਇੱਥੇ ਮੁੱਕਦੀ ਗੱਲ ਇਹ ਹੈ ਵੀ ਜਿੰਨੇ ਮਾੜੇ ਕਰਮ ਹਨ ਉਹ ਵਾਹਿਗੁਰੂ ਸਿਮਰਨ ਕਰਨ ਦੇ ਨਾਲ ਕੱਟੇ ਜਾਂਦੇ ਹਨ। ਤੇ ਜਦੋਂ ਵਾਹਿਗੁਰੂ ਹਿਰਦੇ ਵਿੱਚ ਵਸ ਜਾਵੇ, ਸਮਝ ਲਓ ਵੀ ਹੁਣ ਇਹ ਤੋਂ ਬਾਅਦ ਸਾਡਾ ਜਨਮ ਨਹੀਂ ਹੈ। ਜਦੋਂ ਪੂਰਾ ਵਾਹਿਗੁਰੂ ਜਪਦਿਆਂ ਟਕਾ, ਸ਼ਾਂਤੀ ਮਿਲੇ, ਸੁਖ ਮਿਲੇ, ਇਹ ਉਹਦੀ ਨਿਸ਼ਾਨੀ ਹੈ। ਸੋ ਇਸ ਤਰ੍ਹਾਂ ਇਹ ਕਰਮਾਂ ਦੀ ਗੱਲ ਭਾਈ ਦਇਆ ਸਿੰਘ ਜੀ ਨੇ ਦੱਸੀ ਵੀ ਕਰਮ ਨਸ਼ਟ ਹੋ ਜਾਂਦੇ ਹਨ। ਗੁਰਬਾਣੀ ਦਾ ਫਰਮਾਨ ਵੀ ਹੈ ਲੱਖ ਮੜਿਆ ਕਰ ਏਕ ਠੇ ਏਕ ਰੱਤੀ ਲੈ ਪਾਹੇ। ਜਿਵੇਂ ਰੱਤੀ ਜਿਹਦੀ ਅੱਗ ਲਾ ਕੇ ਲੱਕੜਾਂ ਦੇ ਢੇਰ ਨੂੰ ਆਪਾਂ ਸਾੜ ਸਕਦੇ ਹਾਂ, ਇਸੇ ਤਰ੍ਹਾਂ ਥੋੜ੍ਹਾ ਜਿਹਾ ਵੀ ਵਾਹਿਗੁਰੂ ਗੁਰਮੰਤਰ ਦਾ ਜਾਪ ਕੀਤਾ ਹੋਇਆ ਉਹ ਸਾਡੇ ਜਨਮਾਂ ਨੂੰ, ਕਰਮਾਂ ਨੂੰ ਮਿਟਾ ਸਕਦਾ ਹੈ। ਇਹ ਸਤਿਗੁਰੂ ਨੇ ਸਾਡੇ 'ਤੇ ਬਖਸ਼ਿਸ਼ ਕੀਤੀ। ਇਹ ਸੀ ਕਰਮ ਨਿਰਣੇ ਦੀ ਵਿਚਾਰ ਜੋ ਆਪਾਂ ਬੜੇ ਵਿਸਥਾਰ ਦੇ ਨਾਲ ਸੁਣੀ। ਉਸ ਤੋਂ ਬਾਅਦ ਫਿਰ ਹੋਰ ਬੜੇ ਡੂੰਘੇ ਪ੍ਰਸ਼ਨ ਆ ਗਏ, 15 ਪ੍ਰਸ਼ਨ ਆ ਗਏ। ਹੁਣ 15 ਵਿੱਚੋਂ ਜੋ ਅਖੀਰਲਾ ਪ੍ਰਸ਼ਨ ਹੈ ਉਹਦਾ ਉੱਤਰ ਚੱਲ ਰਿਹਾ ਹੈ। ਅਖੀਰਲਾ ਪ੍ਰਸ਼ਨ ਸੀ ਵੀ 5 ਕੋਸ਼ ਕੀ ਹਨ, ਤੇ ਪਹਿਲਾ ਸੀ ਵੀ ਅਗਿਆਨ ਕੀ ਹੈ,
माया की है, अविद्या की है, बंधन की है, मुक्ति मोख की है, ये जागद्या होया ये अवस्था की है, सुपना की है, गाड़ी नींद सखोपती की है, ये बारे दसो। फिर असी जो बेहोश हो जाने हाँ तो फिर समाधि की है, फिर तुरिया अवस्था जो ब्रह्म ज्ञान की अवस्था वो की है, फिर साखी की है, सारिया अवस्था नूं जो प्रकाशन वाला है, जीव की है, ये बारे दसो। फिर ब्रह्म का निर्णय करो भी वो की है। अखीरला जिहड़ा 15वां प्रश्न सी भी 5 कोस को रूप सो कहो, इहदा रूप दसो। हुण अज करीबन इसे ध्याय ते अज 7वां दिन है करीबन। कोशिश अजे भी पूरी व्याख्या नहीं है, जे पूरी होर विस्तार करिए तो घट तो घट भी एक अध्याय के 10 दिन लग जाते हैं। तो फिर भी आप संखेप दे नाल विचार की है, जिहड़ियां गल्लां समझ विच आ जा, जिहदे नाल गल समझ विच आ जावे, वो आपां यतन कीता है। सो कल दी विचार अंदर पहला गल आई सी, इस शरीर के अंदर जो साडी आत्मा है, जो जोत कह लो, आत्मा कह लो, आत्मा प्रात्मा एको करे। वो जो परमात्मा का स्वरूप है, जिहड़ी आत्मा है, उसे दी अंश है। पर जीव किवें बन गया है तो आनंद स्वरूप सी, पर एक ही हो गया भी तो अपने आप में कुछ होर ही समझन लग गया, कुछ होर ही करन लग गया। भी ये सारा कुछ होया किवें? वो फिर विचार आई सी भी पहला पड़दा आत्मा ते जिहड़ा पिया उसनूं आनंदमय कोश कहिंदे हन। कोश नाम होंदा है पड़दे दा, म्यान दा। फिर आपां समझण दे वास्ते प्रमाण लिया सी चिमनी दा। जिवें एक दीवा जग रहा बहुत वधिया साफ उहदी रोशनी है, असी उत्ते एक चिमनी ला दिती। हुण चिमनी लाउण दे नाल रोशनी तो बाहर निकल रही है, पर रोशनी दे उदाल एक पर्दा पै गया, थोड़ा जिहा फर्क पै गया। थोड़ी रंगीन कह लो, हल्के किसी भी हल्के रंग की कह लो, नीले रंग की, होर किसी भी हल्के रंग की चिमनी असी ला दी। रोशनी तो पूरी है, पर वो जिहड़ी रोशनी सी वो चिमनी के द्वारा वो रंग के नाल हो के निकल रही है। जिवें नीला बल्ब ला दो तो नीली रोशनी लगेगी, पीला ला दो पीली लाइट दिसेगी, हरा ला दो हरी दिसेगी। इस तरह ही जिहड़ा आत्मा है उहदे विच प्रेय मोद प्रमोद ये चीज़ां नहीं हैं। उहदे विच आत्मा दे विच आनंदमय कोश दे कोश ने फिर पे जिहड़ा सी प्यारी चीज़ उन्होंने प्राप्त हो जाना, उन्होंने मोद कहते हैं। फिर प्रमोद उहदे आनंद नूं माणना, ये आत्मा विच नहीं है। पर ये जिहड़ा पर्दा उत्ते चढ़ गया ना आनंदमय कोश दा, ये फिर अपने आप नूं प्रेय मोद प्रमोद ये अंदर विकार पैदा, जिवें रंग बदल गया मान लो जोत का, नीली ला दो हल्की कोई रंग की ला दो, वह रंग बदल गया। इस तरह फिर ये हो गया। हुण इहदी विचार आपां गल कीती सी, तो फिर उन्होंने उतले खोल की, जिहड़ा उतला खोल है साडा है जो जिहदा अन्न दे नाल चलदा है, अन्न तो बिना नहीं चलता। साढ़े त्रैमन देहुरी चले पानी अन्न, ये पानी ते अनाज पानी दे नाल ही ये चलता है। इस तरह फिर ये विच ना आत्मा विच जन्म मरण नहीं है, ताप नहीं है, पर ये जिहड़ा उतला खोल सी ये करके अपने आप को जन्म ते मरण वाला समझन लग गया। ताप भी चढ़ता है, कुछ होर भी होंदा है।
इस तरह ये हो गया। सो हुण अगे जिहड़े 3 कोश हैं अंदरले, उन्होंने समझण वास्ते भाई दया सिंह जी ने कहा भी आम समझ में आ जाए भी कोश की हैं। कोश नाम पड़दा दा है, चिमनी दा है, म्यान दा है, जिहड़ा आत्मा के उपर फिर चढ़न नाल विकार पैदा हो गया। जो उहदे विच चीज़ां नहीं हैं वो होण लग पईयां रोशनी दे नाल। इउं समझ लो जिवें अग है, हुण अग दे विच असीं लोहे नूं रख दईए ते लोहे दे विच अग वर्गा ही प्रकाश हो जाएगा। उहदे विच तपिया होया लोहा, उहदे रोशनी भी हो जाएगी, प्रकाश भी हो जाएगा। अग वांगू फिर वो साड़ भी सकता है। जे तपिया लोहा किते लाओ तो साड़ देवेगा। ਉਹਦੇ ਵਿੱਚ ਅੱਗ वाले गुण आ गए अग दे नाल मिलन करके, उदा नहीं जे पासे फिर नहीं। इसे तरह ही वो परमात्मा जोत स्वरूप है। एक चिमनी चढ़न दे नाल ਉਹਦੇ ਵਿੱਚ ये विकार पैदा हो गए, जिवें लोहे नूं अग विच रखण नाल ਉਹਦੇ ਵਿੱਚ साड़न की ताकत पैदा हो गई। ਉਹਦੇ ਵਿੱਚ रोशनी भी आउण लग गई, वो अग वर्गा ही लगन लग पिया। इस तरीके दे नाल ये फिर सारा सिस्टम अगे चल पिया। इउं समझ लो। सो हुण विचार है, फिर उन्होंने विचार की भी समझ विच आ जाए गल, एक पंछी का रूप बना लिया। आनंदमय कोश पहले पंछी बनाया, फिर प्राणमय उपरला जिहड़ा कोश है अन्नमय कोश पंछी बनाया। अन्नमय कोश यों जिवें पंछी का सिर है, वो सिर की थां ते सिर मान लो। जिवें पंछी दे दो खंभ होंदे हन, सज्जा ते खब्बा, सज्जे ते खब्बे दो हथ मान लो। ते पंछी की पूछ होंदी है, वो पूछ तो बिना पंछी ना उड़ सकता है, ना इधर उधर घूम सकता है, ना थले लै सकता है, उसका आसरा है। इस तरह ही ये सारा कुछ साढ़े धड़ दे नाल जुड़िया हुआ है। इनू पंछी की पूछ मान लो। इस तरह कहते भी ये पंछी का आकार बन गया समझण वास्ते। इस तरह ही आनंदमय कोश की आपां विचार कीती सी। आओ हुण बाकी दे जिहड़े 3 कोश हैं उन्हां दी विचार श्रवण करन दे वास्ते आपो अपने ख्यालां नूं बाहरों रोकीए, सावधान एकाग्र चीत होंदे हुए मन करके हाजरियां लवाइए, रसना करिए पवित्र। सारे गज के आखिए सतनाम श्री शेर आखिए सो 5 कोश ते उन्हां दे 5 ही पंछियां दे रूप बना के समझाए हन। सो ये जिन्ने भी ज्ञान दे ग्रंथ हैं जिन्हां तो सानू ज्ञान प्राप्त, वेद अर्थ ज्ञान होंदा है। वेद शब्द विद धातु तो प्राप्त होया, विद दा अर्थ होंदा है जानना, लभना ते प्राप्ति। इस तरह जेड़े परमात्मा दे परमार्थ दे ज्ञान दे जेड़े धर्म ग्रंथ हैं उन्हां विच भी ते संतां नूं भी ये गल दा पता है। जो बंदगी करने वाले नूं संत कहा है, किसी भेख दा नाम संत नहीं, ये भुलेखा ना रहे। संत नाम है जिन्हों तुरिया अवस्था प्राप्त हो गई, गुरबाणी कहती है।
जिना सास गिरास ना विसरै हर नामा मनमंत, तन से ही नानका पूर्ण सोई संत। दीन व्यापै जगत को तुरिया पावे कोय, नानक संत निर्मल पै जिन मन वसिया सोए। जिन्हां दे मन विच वाहिगुरू वस गया, जिन्हां नूं तुरिया अवस्था, जागृत अवस्था, ब्रह्म ज्ञान की अवस्था प्राप्त हुई। गुरबाणी का फरमान है भी वह संत है जिन्हों ये अवस्था प्राप्त हुई। संत नाम अवस्था का है, किसी भेख का किसी लिबास का नाम संत नहीं है। पर अजकल तो लिबास ने संत मनी फिरते हैं। प्रभ विचार सो आप इस पासे ना जाद्या हुए। सो जिन्होंने अवस्था प्राप्त हुई है, तुरिया अवस्था, ते जड़े धर्म ग्रंथ हैं उन्हां विच सारियां गल्लां लिखियां होईयां हन। हुण सो दसदे हन भी जिहड़ा अन्नमय कोश है, जितों अन्न के द्वारा जिहड़ा चलदा है, ये अन्नमय कोश दे विच कर्म इंद्रे 5 हैं ते 5 ही प्राण हैं। कर्म इंद्रे कहते जिहदे नाल असीं कर्म करते हाँ, पैरां नाल चलण दा काम करते हाँ, हत्थां नाल करते हाँ, मूँह नाल खांदे हाँ, बोलते हाँ, ये 3 हो गए। ते 2 हैं मल मूत्र त्यागण वाले, ये कर्म करने वाले, ये 5 कर्म इंद्रे। ते 5 ही इहदे विच प्राण हैं। मुख रूप विच प्राण इक्को ही है, उहदे फिर अगे 4 पौड़ा बन जांदियां प्राण दियां ही। जिस तरह आपां विचार कीती सी, प्राण जिहड़े हन उन्हां दा निवास हिरदे विच मन्निया गया है। जिस तरह बयान सारे शरीर विच, समान नाभि विच, उदान कंठ विच, ते प्राण हिरदे विच, ते आपान जो गंदी हवा मल मूत्र बाहर कढ़दे हैं। ये 5 जिहड़े प्राण हैं, पर है प्राण इक्को ही, पर इन्हां दे होर 4 थावां ते होण दे नाल मुख रूप विच प्राण का निवास हिरदे विच ही है। जिस करके असी प्राणी कहते हाँ अपने आप को, प्राणी आयो लाहा लैन। सो इस तरह ये प्राणमय कोश जानना करो। 5 प्राण ते 5 कर्म इंद्रे इयों जानो। हे सुजान सियाणे गुरसिखो खालसा जी, भाई दया सिंह जी कह रहे हैं, इसनों प्राणमय कोश जानना करो। हुण एक प्राण है जिहदा निवास हिरदे विच है, ओहदियां 4 पौड़ा बन गईयां। हुण इहनूं पंछी किवें बनाउणा है? एक प्राण नूं सिर मान लो, ते फिर जे 2 दे पर हैं सज्जा ते खब्बा, ये 2 प्राण 3 हो गए। एक नूं पूछ मान लो। इस तरह है फिर ये पंछी का रूप हो गया। कर्म इंद्रियां मन के सहत। सो इसे तरह कर्म इंद्रे 5 ते मन दे सहित। सो तीजा कोश है मनोमय। जे थल्यों गिनीए तां भी मनोमय तीजा आउंदा है, जो उत्तों गिनीए तां भी मनोमय तीजा आउंदा है। सो तीजा कोश है मनोमय। 5 कर्म इंद्रे ते मन। मन की है? मन है चंगे माड़े फुरने उठाउण का नाम ही मन है। ते मन का वासा किथे है? यो मन निश्चल हिरदय वसीलिए गुरमुख मूल पछाण रहे।
ਮਨ ਦਾ ਨਿਵਾਸ ਵੀ ਹਿਰਦੇ ਵਿੱਚ ਮੰਨਿਆ ਹੈ, ਤੇ ਹਿਰਦੇ ਕਮਲ ਮੈਂ ਹਰ ਕਾ ਬਾਸ। ਕਿਉਂਕਿ ਮਨ ਜੜ ਹੈ, ਇਹਦੇ ਵਿੱਚ ਕੋਈ ਤਾਕਤ ਨਹੀਂ। ਉਹ ਵਾਹਿਗੁਰੂ ਦਾ ਵਾਸਾ ਵੀ ਸਾਡੇ ਹਿਰਦੇ ਅੰਦਰ ਹੈ, ਉਸ ਤੋਂ ਇਹਨੂੰ ਤਾਕਤ ਮਿਲਦੀ ਹੈ, ਸੱਤਾ ਮਿਲਦੀ ਹੈ, ਤਾਂ ਇਹ ਮਨ ਫੁਰਨੇ ਉਠਾਉਂਦਾ ਹੈ। ਇਸ ਤਰ੍ਹਾਂ ਫਿਰ ਇਹ ਪੰਛੀ ਦਾ ਰੂਪ ਜਾਣਨਾ ਕਰੋ। ਕੀਰਾ ਬੈਠੀ ਇਸ ਕੋ ਸਿਰ ਹੈ। ਹੁਣ ਇਹ ਮਨੋਮੈ ਕੋਸ਼ ਦੇ ਬਾਰੇ ਦੱਸਦੇ ਹਨ ਵੀ ਇਹਦਾ ਪੰਛੀ ਕਿਵੇਂ ਬਣੇਗਾ। ਮਨੋਮੈ ਕੋਸ਼ ਦਾ ਜੋ ਬੈਖਰੀ ਅਸੀਂ ਬੋਲਦੇ ਹਾਂ, ਗੱਲਬਾਤ ਕਰਦੇ ਹਾਂ, ਇਸ ਮਨੋਮੈ ਕੋਸ਼ ਦਾ, ਇਸ ਪੰਛੀ ਦਾ ਸਿਰ ਜਾਣ ਲਓ। ਪਸਿਅੰਤੀ ਮਧਮਾ ਜੁਗ ਪਰ ਹੈ। ਅਤੇ ਪਸਿਅੰਤੀ ਤੇ ਮਧਮਾ ਪਹਿਲਾਂ ਆਉਂਦੀ ਹੈ ਬੈਖਰੀ, ਬੈਖਰੀ ਤੋਂ ਬਾਅਦ ਆਏਗੀ ਮਧਮਾ। ਮਧਮਾ ਹੁੰਦੀ ਹੈ ਵੀ ਕੰਠ ਵਿੱਚ, ਜਿਵੇਂ ਆਪਣੇ ਬੁੱਲ ਤਾਂ ਹਿਲਦੇ ਹਨ, ਜ਼ੁਬਾਨ ਵੀ ਹਿਲਦੀ ਹੈ, ਪਰ ਆਵਾਜ਼ ਨਹੀਂ ਬਾਹਰ ਨਿਕਲਦੀ। ਉਹ ਅਸੀਂ ਕੰਠ ਵਿੱਚ ਸਿਮਰਨ ਕਰ ਰਹੇ ਹਾਂ, ਉਹਨੂੰ ਮਧਮਾ ਬਾਣੀ ਕਹਿੰਦੇ ਹਨ। ਤੇ ਪਸਿਅੰਤੀ ਹੁੰਦੀ ਹੈ ਹਿਰਦੇ ਅੰਦਰ, ਧਿਆਨ ਦੇ ਨਾਲ, ਸੁਰ ਦੇ ਨਾਲ ਹਿਰਦੇ ਵਿੱਚ ਧਿਆਨ ਟਿਕਾ ਕੇ ਸਿਮਰਨ ਕਰਨਾ। ਤੇ ਉਸ ਸਿਮਰਨ ਕਰਦਿਆਂ ਪਤਾ ਲੱਗਦਾ ਹੈ ਵੀ ਮੈਂ ਵਾਹਿਗੁਰੂ ਵਾਹਿਗੁਰੂ ਜਪ ਰਿਹਾ, ਅੱਖਰ ਦਿਸਦੇ ਹਨ, ਸਾਰਾ ਪਤਾ ਹੁੰਦਾ ਹੈ। ਉਦੋਂ ਜੇ ਪਤਾ ਲੱਗਦਾ ਹੈ ਤਾਂ ਹੀ ਉਹਦਾ ਸਿਮਰਨ ਦਾ ਲਾਭ ਹੈ। ਸੋ ਇਸ ਤਰ੍ਹਾਂ ਪਸੰਦੀ ਤੇ ਮਧਮਾ ਇਹ ਦੋ ਇਸ ਪੰਛੀ ਦੇ ਖੰਭ ਹਨ। ਪਰਾ ਪੁੰਛ ਇਹ ਜਾਣ ਸੁਜਾਨ। ਅਤੇ ਪਰਾ ਬਾਣੀ ਜਿਹੜੀ ਹੈ ਉਹ ਪੂੰਛ ਜਾਣੋ, ਕਿਉਂਕਿ ਪਰਾ ਤੋਂ ਹੀ ਬਾਕੀ ਬਾਣੀਆਂ ਸਾਰੀਆਂ ਪੈਦਾ ਹੁੰਦੀਆਂ ਹਨ। ਪਰਾ ਬਾਣੀ ਹੁੰਦੀ ਹੈ ਨਾਭੇ ਵਿੱਚ, ਧੁਨੀ ਵਿੱਚ, ਜਿੱਥੇ ਧੁਨੀ ਹੈ ਇੱਥੇ ਪਰਾ ਬਾਣੀ ਹੈ। ਹੁਣ ਇਹ ਸਾਰਾ ਸਿਸਟਮ ਪਰਮਾਤਮਾ ਨੇ ਆਪਣੇ ਆਪ ਐਟੋਮੈਟਿਕ ਐਸਾ ਚਲਾਇਆ, ਇੰਨੀ ਤੇਜ਼ੀ ਦੇ ਨਾਲ ਹੁੰਦਾ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਰਿਹਾ ਹੈ। ਪਰ ਜਦੋਂ ਅਸੀਂ ਸੁਣਿਆ ਜੋਗ ਜੁਗਤ ਤਨ ਭੇਦ, ਜਦੋਂ ਅਸੀਂ ਸੁਣਦੇ ਹਾਂ ਬ੍ਰਹਮ ਗਿਆਨ ਦੀ ਕਥਾ, ਫਿਰ ਸਾਡੇ ਸਰੀਰ ਦਾ ਪਤਾ ਲੱਗਦਾ ਹੈ, ਪ੍ਰਭੂ ਦੇ ਨਾਲ ਜੁੜਨ ਦਾ ਭੇਦ ਸਾਨੂੰ ਸਮਝ ਵਿੱਚ ਆਉਂਦਾ ਵੀ ਕਿਵੇਂ ਹੋ ਰਿਹਾ ਸਾਰਾ ਕੁਝ। ਜਦੋਂ ਅਸੀਂ ਕੁਝ ਬੋਲਣਾ ਚਾਹੁੰਦੇ ਹਾਂ, ਕੁਝ ਬੋਲਣ ਵਾਸਤੇ ਅਸੀਂ ਚਾਹੁੰਦੇ ਹਾਂ ਕੁਝ ਬੋਲਣਾ, ਉਦੋਂ ਫਿਰ ਇਹ ਜਿਹੜੀ ਧੁਨੀ ਹੈ, ਇਹ ਆਵਾਜ਼ ਸੂਖਮ ਰੂਪ ਵਿੱਚ ਨਾਭੀ ਵਿੱਚ ਪੈਦਾ ਹੋਏਗੀ, ਪਹਿਲਾਂ ਧੁਨੀ ਵਿੱਚ। ਇਸ ਕਰਕੇ ਆਪਾਂ ਧੁਨੀ ਤੋਂ ਧੁਨੀ ਨਾਭੀ ਵੀ ਕਹਿ ਦਿੰਦੇ ਹਾਂ। ਧੁਨੀ ਆਵਾਜ਼ ਤੋਂ ਧੁਨੀ ਇਹ ਸ਼ਬਦ ਬਣਿਆ ਹੈ, ਨਾਭੀ। ਸੋ ਜਦੋਂ ਅਸੀਂ ਕੁਝ ਵੀ ਬੋਲਣਾ ਚਾਹੁੰਦੇ ਹਾਂ, ਉਹ ਸਭ ਤੋਂ ਪਹਿਲਾਂ ਉਹਦੀ ਧੁਨੀ, ਉਹਦੀ ਆਵਾਜ਼ ਜਿਹੜੀ ਹੈ ਉਹ ਪਰਾ ਬਾਣੀ ਵਿੱਚ, ਨਾਭੀ ਦੇ ਵਿੱਚ ਉਹ ਬਣੇਗੀ। ਉਸ ਤੋਂ ਬਾਅਦ ਅਸੀਂ ਕੀ ਬੋਲਣਾ ਚਾਹੁੰਦੇ ਹਾਂ, ਉਹਦੇ ਅੱਖਰ ਜਿਹੜੇ ਹਨ ਪਸੰਤੀ ਵਿੱਚ ਆ ਕੇ ਬਣ ਜਾਣਗੇ। ਤੇ ਪਸਿਅੰਤ ਦਾ ਅਰਥ ਹੁੰਦਾ ਹੈ ਵੇਖਣਾ। ਫਿਰ ਉਹ ਅੱਖਰ ਬਣ ਜਾਣਗੇ, ਅਸੀਂ ਉਹਨੂੰ ਵੇਖ ਸਕਦੇ ਹਾਂ ਅਸੀਂ ਕੀ ਬੋਲਣਾ ਚਾਹੁੰਦੇ ਹਾਂ। ਉਹ ਅੱਖਰ ਫਿਰ ਜਦੋਂ ਕੰਠ ਵਿੱਚ ਆਉਣਗੇ, ਫਿਰ ਅਸੀਂ ਬੋਲਣ ਨੂੰ ਤਿਆਰ ਹੋ ਜਾਵਾਂਗੇ। ਅਜੇ ਆਵਾਜ਼ ਨਹੀਂ ਨਿਕਲੀ ਬਾਹਰ, ਪਰ ਉਹ ਸਾਨੂੰ ਪਤਾ ਲੱਗ ਗਿਆ ਵੀ ਅਸੀਂ ਹੁਣ ਕੀ ਬੋਲਣਾ ਹੈ। ਤੇ ਜਦੋਂ ਅਸੀਂ ਬੋਲ ਦਿੰਦੇ ਹਾਂ ਜ਼ਬਾਨ ਤੋਂ, ਫਿਰ ਬੈਖਰੀ ਬਾਣੀ ਬਣ ਗਈ। ਜੋ ਅਸੀਂ ਬੋਲ ਦਿੱਤਾ ਸਾਰਿਆਂ ਨੂੰ। ਇਹ ਸਾਰਾ ਕੁਝ ਇੰਨੀ ਤੇਜ਼ੀ ਦੇ ਨਾਲ ਚੱਲਦਾ ਹੈ, ਆਮ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਅੰਦਰ ਸਿਸਟਮ ਕਿੱਦਾਂ ਕਿੱਦਾਂ ਹੋ ਰਿਹਾ ਹੈ। ਪ੍ਰਭੂ ਦੀ ਅਚਰਜ ਹੀ ਰਚਨਾ ਹੈ ਸਾਰੀ। ਇਸ ਤਰ੍ਹਾਂ ਦੱਸਿਆ ਹੈ, ਭਇਓ ਬਿਹੰਗਮ ਇਸੀ ਵਿਹਾਰ। ਇਸ ਤਰੀਕੇ ਦੇ ਨਾਲ ਇਹ ਮਨੋਮੈ ਕੋਸ਼ ਨੂੰ ਵੀ ਵਿਹੰਗਮ ਪੰਛੀ ਦਾ ਰੂਪ ਦੇ ਦਿੱਤਾ। ਹੁਣ ਅਗਲੀ ਵਿਚਾਰ ਕੱਲ੍ਹ ਨੂੰ ਸੁਣਾਂਗੇ, ਕਿਉਂਕਿ ਇੱਕ ਕੋਸ਼ ਰਹਿ ਗਿਆ ਹੈ, ਵਿਗਿਆਨਮੈ ਕੋਸ਼। ਤੇ ਆਨੰਦਮੈ ਕੋਸ਼ ਦੀ ਪਹਿਲਾਂ ਵਿਚਾਰ ਹੋਈ ਸੀ, ਉਸ ਤੋਂ ਬਾਅਦ ਅੰਨਮੈ ਕੋਸ਼ ਜੋ ਅੰਨ ਦੇ ਨਾਲ ਚੱਲਦਾ ਹੈ।
ਇਸੇ ਤਰ੍ਹਾਂ ਇਹ ਸਾਰੀ ਆਪਾਂ ਵਿਚਾਰ ਕੀਤੀ ਹੈ। ਪ੍ਰਾਣਮय ਕੋਸ਼, ਮਨੋਮय ਕੋਸ਼ ਤੇ ਹੁਣ ਆਏਗਾ ਵਿਗਿਆਨਮय ਕੋਸ਼। ਇੱਕ ਕੋਸ਼ ਰਹਿ ਗਿਆ ਤੇ ਅੱਗੇ ਹੋਰ ਜਿਹੜੀ ਵਿਚਾਰ ਹੈ ਉਹ ਆਪਾਂ ਕੱਲ੍ਹ ਦੇ ਪ੍ਰਕਰਨ ਅੰਦਰ ਸਰਵਣ ਕਰਾਂਗੇ। ਸਤਿਗੁਰੂ ਜੀ ਬਖਸ਼ਿਸ਼ ਕਰਨ। ਭਾਵੇਂ ਇਹ ਵਿਚਾਰ ਬੜੀ ਡੂੰਘੀ ਹੈ ਤੇ ਸਮਝਣ ਵਾਲੀ ਹੈ, ਜੇ ਆਪਾਂ ਸਮਝਣਾ ਚਾਹੀਏ ਤੇ ਸਮਝ ਸਕਦੇ, ਔਖੀ ਗੱਲ ਕੋਈ ਵੀ ਨਹੀਂ ਹੁੰਦੀ। ਕੋਈ ਗੱਲ ਅਸੀਂ ਧਿਆਨ ਦੇ ਨਾਲ ਸੁਣੀਏ, ਜੇ ਸਮਝਾਇਆ ਜਾਵੇ ਢੰਗ ਦੇ ਨਾਲ ਤੇ ਸੁਣਨ ਵਾਲਾ ਸੁਣਨੀ ਚਾਹੇ, ਸਮਝ ਆ ਜਾਂਦੀ ਹੈ। ਪਰ ਇਹ ਸਮਝਣੀ ਵੀ ਜ਼ਰੂਰੀ ਹੈ। ਸਮਝ ਤੋਂ ਬਿਨਾਂ ਵੀ ਗੱਲ ਨਹੀਂ ਬਣਦੀ। ਜੇ ਸਮਝ ਹੋਏਗੀ ਫਿਰ ਅਸੀਂ ਸਿਮਰਨ ਕਰਦਿਆਂ, ਸੇਵਾ ਕਰਦਿਆਂ ਬੜੀ ਛੇਤੀ ਮੰਜ਼ਿਲ 'ਤੇ ਪਹੁੰਚ ਜਾਵਾਂਗੇ। ਰੋਹ ਵਿਚਾਰ, ਅਗਲੀ ਵਿਚਾਰ ਕੱਲ੍ਹ ਦੇ ਪ੍ਰਕਰਨ ਅੰਦਰ। ਆਓ 1 ਮਿੰਟ ਸਿਮਰਨ ਦੀ ਹਾਜ਼ਰੀ ਲਾ ਕੇ ਸਮਾਪਤੀ ਕਰੀਏ। ਕੋਈ ਵੀ ਰਸਨਾ ਖਾਲੀ ਨਾ ਰਹੇ। ਸਾਰਿਆਂ